अस्सलामुअलैकुम अल्लाहुम्मा सल्ली अला मुहम्मद वाले मुहम्मद। दोस्तों, मैं अगला सफ़र तुहाडे नाल शेयर करन लगा वां। ਜਦੋਂ ਮੈਂ USA ਤੋਂ ਵਾਪਸ ਆਇਆ ਇੰਗਲੈਂਡ, ਫਿਰ ਮੇਰੇ ਕੋਲ ਕੁਐਸਚਨ ਕੀਤਾ ਗਿਆ ਉਹਨਾਂ ਨੇ, ਕਿਉਂਕਿ ਮੈਂ ਫਿਰ ਐਂਟਰੀ ਲੈਣੀ ਸੀ। ਫਿਰ ਮੇਰੇ ਕੋਲ ਹੋਟਲ ਦੀ ਬੁਕਿੰਗ ਮੰਗੀ ਗਈ। ਮੈਂ ਫਿਰ ਹੋਟਲ ਦੀ ਬੁਕਿੰਗ ਦਿੱਤੀ ਉਹਨਾਂ ਨੂੰ, 2 ਦਿਨ ਦੀ ਜਿਹੜੀ ਹੈਗੀ ਸੀ, ਮੇਰੇ 2 ਦਿਨ ਦੀ ਬੁਕਿੰਗ ਦਿੱਤੀ ਉਹਨਾਂ ਨੂੰ। ਪੇਡ ਬੁਕਿੰਗ ਸੀ, ਉਹ ਵੀ ਦਿੱਤੀ, ਦਿਖਾਇਆ, ਕੁਐਸਚਨ ਕੀਤਾ। ਲੇਕਿਨ ਆਉਂਦੀ ਦਫਾ ਇੱਕ ਸਿੱਖ ਆਦਮੀ ਸੀ, ਉਹਨੇ ਕਾਫੀ ਰਹਿਨਮਾਈ ਕੀਤੀ ਮੇਰੇ ਨਾਲ। ਉਹਨੇ ਕਿਹਾ ਕੀ ਕਰਦੇ ਹੋ? ਮੈਂ ਕਿਹਾ ਮੈਂ ਫਿਰਨਾ ਟੁਰਨਾ ਟਰੈਵਲਿੰਗ ਕਰਨਾ, ਸਿਰਫ ਮੇਰਾ ਟੂਰਿਜ਼ਮ ਕੰਮ। ਕੀ ਕਰਦੇ ਰਿਹਾ? ਮੈਂ ਕਿਹਾ ਰਿਟਾਇਰ ਬੰਦਾ ਵਾਂ, ਇੱਕ ਆਫਿਸ 'ਚ ਰਿਟਾਇਰ ਹੋਇਆ 40 ਸਾਲ ਤੋਂ। ਕਹਿੰਦਾ ਓਕੇ। ਉਹਦੇ ਬਾਅਦ ਕਹਿੰਦਾ ਹੋਟਲ ਦਿਖਾਓ, ਕਿਹੜੇ ਹੋਟਲ 'ਚ ਰਹਿਣਾ। ਮੈਂ ਹੋਟਲ ਦਿਖਾਇਆ ਫਿਰ। ਉਹਦੇ ਬਾਅਦ ਹੋਟਲ ਤੋਂ ਬਾਅਦ ਡਾਲਰ ਵਗੈਰਾ ਪੁੱਛੇ ਉਹਨੇ। ਮੈਂ ਕਿਹਾ ਮੇਰੇ ਕੋਲ ਡਾਲਰ $2000 ਹੈਗੇ। ਅੱਛਾ ਦੋਸਤੋ, ਅਮਰੀਕਾ 'ਚ ਉਹਨੇ ਡਾਲਰ ਨਹੀਂ ਪੁੱਛੇ, ਇੱਥੇ ਉਹਨੇ ਡਾਲਰ ਪੁੱਛੇ ਕਿ ਤੁਹਾਡੇ ਕੋਲ ਹੈਗੇ ਨੇ ਕਰੰਸੀ ਹੈਗੀ, ਕੋਈ ਪਾਉਂਡ ਹੈਗੇ ਨੇ ਜਾਂ ਡਾਲਰ। ਮੈਂ ਉਹਨੂੰ ਡਾਲਰ ਕਿਹਾ, $2000 ਹੈਗੇ ਨੇ ਮੇਰੇ ਕੋਲ 2000। ਉਹਨੇ ਫਿਰ ਮੈਨੂੰ ਐਂਟਰੀ ਦੇ ਦਿੱਤੀ। ਕੋਈ ਐਨੀ ਦਿੱਕਤ ਨਹੀਂ ਹੋਈ। ਲੇਕਿਨ ਕੁਐਸਚਨ ਕਿਤੇ ਅਤੇ ਕੁਐਸਚਨ ਕਰ ਰਿਹਾ ਸਾਂ ਏਅਰਪੋਰਟ 'ਤੇ, ਇਹ ਨਹੀਂ ਕਿ ਨਹੀਂ ਕਰ ਰਿਹਾ ਸੀ, ਕੁਐਸਚਨ ਕਰ ਰਿਹਾ ਸਾਂ ਏਅਰਪੋਰਟ 'ਤੇ। ਅਤੇ ਉਹਨਾਂ ਨੇ ਐਂਟਰੀ ਦਿੱਤੀ। ਉਹਦੇ ਬਾਅਦ ਫਿਰ ਮੈਂ ਉੱਥੋਂ ਟ੍ਰੇਨ ਲਈ। ਅੱਗੇ ਮੈਂ 6 ਮਹੀਨੇ ਪਹਿਲੇ ਹੋ ਕੇ ਗਿਆ ਹਾਂ ਅਤੇ ਮੈਨੂੰ ਥੋੜ੍ਹਾ ਜਿਹਾ ਇਲਮ ਸੀ ਅਤੇ ਲਿਹਾਜ਼ ਮੈਂ ਟ੍ਰੇਨ ਲਈ, ਟ੍ਰੇਨ ਦਾ ਸਫ਼ਰ ਕੀਤਾ। ਅਤੇ ਟ੍ਰੇਨ ਦਾ ਫਿਰ ਸਫ਼ਰ ਕਰਕੇ ਮੈਂ ਹੋਸਟਲ ਪਹੁੰਚ ਗਿਆ। ਉੱਥੇ ਵੀ ਮੈਂ ਦੋਸਤੋ ਝੂਠ ਨਹੀਂ ਬੋਲਣਾ, ਹੋਸਟਲ ਹੀ ਲਿਆ ਸੀ। ਹੋਸਟਲ ਜਿਹੜਾ ਸਸਤਾ ਰਹਿੰਦਾ, ਚੀਪ ਰਹਿੰਦਾ, ਪੂਰੀ ਦੁਨੀਆ ਹੋਸਟਲ। ਹੁਣ ਇੱਥੇ ਮੇਰੇ ਕੋਲ ਹੋਸਟਲ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ 6 ਬੰਦੇ, ਇੱਕ ਟਰਕੀ ਇੱਥੋਂ ਦਾ ਇਟਲੀ ਦਾ, 2 ਫਰਾਂਸ ਦੇ ਨੇ, ਇੱਕ ਇੱਥੋਂ ਦਾ ਹੈ ਜਰਮਨ ਦਾ ਹੀ ਹੈ। ਅਤੇ ਇਹ 4 ਦੋਸਤ ਰਹਿੰਦੇ ਨੇ ਪਏ, ਅਤੇ ਸਾਰੇ ਹੀ ਹੋਸਟਲ ਲੈਂਦੇ ਨੇ ਸਰ। ਇਹ ਕੋਈ ਇੰਨੇ ਅਮੀਰ ਨਹੀਂ, ਇੰਨੇ ਨਹੀਂ ਸ਼ੋਅ ਮਰੀ ਕਿ ਇਹਨਾਂ ਨੇ ਹੋਟਲ ਹੀ ਲੈਣਾ। ਹੋਟਲ ਲੈਂਦਾ ਫਿਰ $400-500। ਅਤੇ ਇੱਥੇ ਖਰਚਾ ਆ ਰਿਹਾ ਸਾਰਾ ਆਪਣਾ 10-12, 8-9 ਹਜ਼ਾਰ ਦਾ। ਕੋਈ ਹੋਸਟਲ ਮਿਲ ਜਾਂਦਾ 12 ਦਾ, ਕੋਈ 9 ਦਾ, ਕੋਈ ਮੈਨੂੰ 8 ਹਜ਼ਾਰ ਦਾ ਹੋਸਟਲ ਪਿਆ। ਤਾਂ ਕਹਿਣ ਦਾ ਮਕਸਦ ਹੈ ਕਿ ਮੈਂ ਇੱਥੇ 8 ਦਿਨ ਰੁਕਣਾ, ਅਤੇ 8 ਦਿਨ ਦੇ ਵਿੱਚ ਜੋ ਮੈਂ ਵਿਜ਼ਿਟ ਕਰਾਂਗਾ, ਦੇਖਾਂਗਾ, ਉਹ ਫਿਰ ਮੈਂ ਉਹਦਾ ਵਲੋਗ ਬਣਾ ਦਿਆਂਗਾ। ਅਤੇ ਦੋਸਤੋ ਗੱਲ ਇਹ ਕਿ ਇੱਥੇ ਮੈਂ ਆਇਆ ਜਦੋਂ ਇੰਗਲੈਂਡ ਤੋਂ ਵਾਪਸ, ਫਿਰ ਮੈਂ ਦੇਖਿਆ, ਜੋ ਵੀ ਐਕਸਪਲੋਰ ਕੀਤਾ ਉਹ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਇਹ ਜਿਹੜਾ ਹੋਸਟਲ ਨੇ ਨਾ, ਬਿਹਤਰ ਰਹਿੰਦੇ ਨੇ, ਮੇਰਾ ਇਹ ਮਸ਼ਵਰਾ ਹੈ। ਅਤੇ ਦੋਸਤੋ, ਏਜੰਟ 1000 'ਤੇ ਬੜਾ ਸਬਜ਼ ਬਾਗ ਦਿਖਾਉਂਦੇ ਨੇ, ਲੇਕਿਨ ਗੱਲ ਇਹ ਕਿ ਸਬਜ਼ ਬਾਗ ਦੇ ਪਿੱਛੇ ਨਹੀਂ ਆਉਣਾ। ਆਪਣੀ ਇਹੋ ਹੀ ਤੁਹਾਨੂੰ ਤਾਕੀਦ ਕਰਾਂਗਾ ਕਿ ਆਪਣੀ ਤੁਸੀਂ ਟਰੈਵਲ ਹਿਸਟਰੀ ਬਣਾਉਣੀ ਹੈ। ਪਹਿਲੇ 4 ਮੁਲਕਾਂ 6 ਮੁਲਕਾਂ ਦੀ ਟਰੈਵਲ ਹਿਸਟਰੀ ਬਣਾ ਲਓ ਅਤੇ ਫਿਰ ਅੱਗੇ ਜਾਓ। ਅਗਰ ਟਰੈਵਲ ਹਿਸਟਰੀ ਨਹੀਂ ਬਣਾਉਂਦੇ ਤਾਂ ਫਿਰ ਵੀਜ਼ਾ 'ਤੇ ਅਪਲਾਈ ਨਾ ਕਰੋ। ਇਹ ਪਲੇਨ ਪਾਸਪੋਰਟ ਆ ਜਿਹੜਾ ਕਹਿੰਦੇ ਨੇ, ਉਹ ਸਿਰਫ ਆਪਣੀ ਫੀਸ ਲੈਣੀ ਹੁੰਦੀ ਉਹਨਾਂ ਨੇ ਸਿਰਫ ਕੰਸਲਟੀ ਫੀਸ ਲੈਣੀ ਹੁੰਦੀ ਹੈ। ਅਤੇ ਲੈ ਕੇ ਅਤੇ ਤੁਹਾਨੂੰ ਕਹਿੰਦੇ ਜਾਓ ਜੀ, ਬਹੁਤ ਗੋਡੇ ਤੁਹਾਡਾ ਵੀਜ਼ਾ ਲੱਗ ਜਾਏਗਾ, ਜਾਓ ਜੀ। ਤੁਸੀਂ ਜਮ੍ਹਾਂ ਦਾ ਕੇਸ ਆਪੇ ਹੀ ਕਰਾਉਣਾ ਹੁੰਦਾ। ਤੁਹਾਡੇ 15 ਦਿਨ ਬਾਅਦ ਕਾਗਜ਼ ਤਿਆਰ ਕਰਨਗੇ, ਉਹਦੇ 'ਤੇ ਪਤਾ ਨਹੀਂ ਕੀ ਪਾਉਣਗੇ, ਕੀ ਲਿਖਣਗੇ। ਦੋਸਤੋ ਗੱਲ ਇਹ ਕਿ ਤੁਹਾਡੇ ਕੋਲ ਬੈਂਕ ਸਟੇਟਮੈਂਟ ਹੋਣੀ ਚਾਹੀਦੀ, ਸ਼ੋਰ ਹੈ। ਬੈਂਕ ਸਟੇਟਮੈਂਟ ਤੋਂ ਬਗੈਰ ਤੁਹਾਨੂੰ ਜਿਹੜਾ ਵੀ ਕਹਿੰਦਾ ਜੀ ਵੀਜ਼ਾ ਲਾ ਦਿਆਂਗਾ, ਕਦੀ ਇਹਦੇ ਪਿੱਛੇ ਨਾ ਲੱਗੋ। ਆਪਣੇ ਪੈਸੇ ਬਚਾਓ, ਪੈਸੇ ਬਚਾਉਣੇ ਹੀ ਚਾਹੀਦੇ ਨੇ ਵੈਸੇ। ਅਤੇ ਇਹ ਮੇਰੀ ਹਿਸਟਰੀ। ਉਹਦੇ ਬਾਅਦ ਫਿਰ ਮੈਨੂੰ ਜਰਮਨ ਦਾ ਵੀਜ਼ਾ ਮਿਲਿਆ, ਉਹਦਾ ਵੀ ਤੁਹਾਨੂੰ ਸ਼ੇਅਰ ਕਰਾਂਗਾ ਕਿ ਉੱਥੇ ਕੁਐਸਚਨ ਕੀ ਹੋਏ ਮੇਰੇ ਨਾਲ, ਉੱਥੇ ਸਵਾਲ ਉਹਨਾਂ ਨੇ ਕੀ ਕੀਤੇ, ਔਰ ਕਿੰਨੇ ਲੋਕ ਸਨ, ਅਤੇ ਕਿੰਨੀ ਦੇਰ ਲਾਉਂਦੇ ਨੇ ਉੱਥੇ, ਅਤੇ ਕੌਣ ਲੋਕਾਂ ਨੂੰ ਉਹ ਪਾਸਪੋਰਟ ਦੇ ਜ਼ਰੀਏ ਮਸ਼ੀਨਾਂ ਲਾਈਆਂ ਉਹਨਾਂ ਨੂੰ ਜਾਣ ਦਿੰਦੇ ਨੇ। ਕਿਉਂਕਿ ਸਾਡਾ ਪਾਸਪੋਰਟ ਗ੍ਰੀਨ ਪੀਰੀਅਡ 'ਤੇ ਇੱਕ ਲਾਈਨ ਬਣਾਈ, ਉੱਥੇ ਬੰਦਾ ਖਲੋਤਾ, ਉਹ ਕਹਿੰਦਾ ਇੱਧਰ ਆ ਜਾਓ। ਇੰਡੀਅਨ, ਪਾਕਿਸਤਾਨ, ਬੰਗਾਲੀ ਨੂੰ ਇੱਕ ਲਾਈਨ 'ਚ ਸੁੱਟਦੇ ਨੇ। ਇਸ ਤਰ੍ਹਾਂ ਹੀ ਸਿਲਸਿਲਾ। ਅੱਲਾਹ ਤਾਲਾ ਤੁਹਾਨੂੰ ਵੀ ਖੁਸ਼ ਰੱਖੇ, ਮੈਨੂੰ ਵੀ ਖੁਸ਼ ਰੱਖੇ। ਮੈਂ ਤੁਹਾਡੇ ਲਈ ਦੁਆ ਕਰਨਾ, ਤੁਸੀਂ ਮੇਰੇ ਲਈ ਦੁਆ ਕਰੋ। ਮੈਂ ਦੁਆ ਕਰਨਾ ਕਿ ਜਿਸ ਮੇਰੇ ਭਰਾ ਨੇ ਵੀਜ਼ਾ ਲੈਣਾ ਉਹਦਾ ਲੱਗ ਜਾਏ। ਲੇਕਿਨ ਇਹ ਕੰਸਲਟ ਜਿਹੜੀ ਲੋਕ 10 ਤੋਂ ਵੱਧ, 15,000 ਤੋਂ ਵੱਧ ਨਾ ਦਿਓ। 50-50 ਹਜ਼ਾਰ ਦੀ ਅਪਾਇੰਟਮੈਂਟ ਸਿਰਫ ਲੈਂਦੇ ਨੇ, ਖਾਲੀ ਅਪਾਇੰਟਮੈਂਟ। ਜਰਮਨ ਦੀ ਅਪਾਇੰਟਮੈਂਟ ਲੈਣੀ 50,000, ਨੀਦਰਲੈਂਡ ਦੀ ਅਪਾਇੰਟਮੈਂਟ ਲੈਣੀ 50,000 ਰੁਪਇਆ, ਖਾਲੀ ਕੰਸਲਟੀ ਫੀਸ 50 ਲੈਦਾ। ਅਤੇ ਐਮਬੈਸੀ ਦੀ ਫੀਸ ਜਿਹੜੀ 80 ਯੂਰੋ ਲੈਦਾ, 90 ਯੂਰੋ। ਅਤੇ ਜਿਹੜਾ ਇਸਲਾਮਾਬਾਦ ਤੁਸੀਂ ਜਾਣਾ ਆਉਣਾ 10,000 ਲੈਦਾ। ਤੁਸੀਂ ਟੋਟਲ ਖੁਦ ਕਰ ਲਓ ਕਿ ਕਿੰਨਾ ਖਰਚਾ ਆਇਆ, ਬਾਅਦ 'ਚ ਵੀਜ਼ਾ ਨਾ ਲੱਗਾ ਤਾਂ ਕੀ ਹਾਲ ਹੁੰਦਾ।
ਲੇਕਿਨ ਤੁਹਾਡੇ ਕੋਲ ਮੈਂ ਦੁਆ ਕਰਨਾ, ਤੁਹਾਡੇ ਕੋਲ ਟਰੈਵਲ ਹਿਸਟਰੀ ਹੋਣੀ ਚਾਹੀਦੀ ਕਿ ਅਗਰ ਜਿਹੜੀ ਟਰੈਵਲਿੰਗ ਵਾਸਤੇ ਜਾਣਾ ਹੈ, ਅਗਰ ਭਰਾ ਨੂੰ ਮਿਲਣ ਜਾਣਾ, ਇਨਵੀਟੇਸ਼ਨ ਐਗਜ਼ੀਬਿਸ਼ਨ ਅਟੈਂਡ ਕਰਨ ਜਾਣਾ, ਫਿਰ ਅਪਲਾਈ ਕਰੋ, ਫਿਰ ਮੈਂ ਨਹੀਂ ਤੁਹਾਨੂੰ ਰੋਕਦਾ ਕਿ ਫਿਰ ਤੁਹਾਡਾ ਹੱਕ ਹੈ। ਲੇਕਿਨ ਤੁਸੀਂ ਅਗਰ ਟੂਰਿਜ਼ਮ ਵਾਸਤੇ ਜਾਣਾ ਤਾਂ ਫਿਰ ਪਲੇਨ ਪਾਸਪੋਰਟ ਨਹੀਂ ਹੋਵੇ, ਸਾਡੇ 6 ਮੁਲਕਾਂ ਦੇ ਵੀਜ਼ੇ ਲਾਜ਼ਮੀ ਲੱਗੇ ਹੋਣ, ਚਾਹੇ ਥਾਈਲੈਂਡ ਦਾ ਲੱਗਾ ਹੋਵੇ, ਬੈਂਕਾਕ ਦਾ ਲੱਗਾ ਹੋਵੇ, ਚਾਹੇ ਟਰਕੀ ਦਾ ਲੱਗਾ ਹੋਵੇ, ਅਜ਼ਰਬਾਈਜਾਨ 6 ਮੁਲਕਾਂ ਦੇ ਲੱਗੇ, 4 ਮੁਲਕਾਂ 'ਚ ਹੋ ਕੇ ਆਏ ਹੋ ਨਾ, ਤੁਸੀਂ ਕਿਸੇ ਸ਼ੈਂਜਨ ਦਾ ਅਪਲਾਈ ਕਰ ਦਿਓ, ਵੀਜ਼ੇ ਲੱਗੇ ਹੋਣ ਉਹਦੇ 'ਤੇ। ਅਤੇ ਮੈਂ ਇਹੋ ਹੀ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ ਕਿ ਆਪਣੇ ਪੈਸੇ ਬਚਾਓ। ਅੱਲਾ ਇਹਨਾਂ ਏਜੰਟਾਂ ਨੂੰ ਇੱਕ ਨੇਕ ਹਦਾਇਤ ਦੇਵੇ, ਔਰ ਤੁਹਾਨੂੰ ਵੀ ਨੇਕ ਹਦਾਇਤ ਦੇਵੇ ਕਿ ਤੁਸੀਂ ਵੀ ਨਾ ਇਹਨਾਂ ਕੋਲ ਫਸੋ। ਅੱਲਾ ਖੁਸ਼ ਰੱਖੇ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ।